ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਦੀ ਦੇ ਵਿੱਚ ਕਲੋਨੀ ਕੱਟਣ ਦਾ ਮਤਲਬ ਆਪਣੇ ਨਾਗਰਿਕ ਨੂੰ ਚੱਕ ਕੇ ਨਦੀ ਦੇ ਵਿੱਚ ਗੇਰ ਦੇਣਾ। ਇਹ ਕਿਹੜੇ ਕਾਨੂੰਨ ਨੇ, ਕਿਸ ਅਧਿਕਾਰੀ ਨੂੰ ਅਧਿਕਾਰ ਦੇ ਦਿੱਤਾ ਤੇ ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਤੇ ਜ਼ੁਲਮ ਕੀ ਹੋ ਸਕਦਾ ਹੈ। यहाँ पे क्या अब आपको यहाँ पे रहते हुए डर महसूस होता है? डर रात को इतना खौफ, हमें नींद नहीं आती रात के वक्त के, इतने घबराए हुए होते हैं, नींद नहीं आती है और बार बार उठ के हमें नदी की तरफ देखना पड़ता है कि कहीं पानी तो नहीं आ गया। ਵੀ ਇਸ ਵੇਲੇ ਅਸੀਂ ਕੁਰਾਲੀ ਨਦੀ ਦੇ ਬਿਲਕੁਲ ਨਜ਼ਦੀਕ ਖੜੇ ਹਾਂ ਤੇ ਪਿੱਛੇ ਇੱਕ ਜਿਹੜਾ ਮਕਾਨ ਹੈ ਉਹ ਅਸੀਂ ਤਸਵੀਰਾਂ ਵੀ ਆਪ ਨੂੰ ਦਿਖਾਵਾਂਗੇ ਤੇ ਉਸ ਦੇ ਨਾਲ ਨਾਲ ਅਸੀਂ ਗੱਲ ਕਰ ਲਈਏ ਕਿ ਇਹ ਜਿਹੜੀ ਨਦੀ ਹੈ ਉਸ ਦਾ ਜਿਹੜਾ ਬਹਾਅ ਬਹੁਤ ਜਿਹੜਾ ਇਸ ਵੇਲੇ ਤੇਜ਼ ਹੈ ਨਜ਼ਰ ਆ ਰਿਹਾ। ਤੇ ਇਸ ਤੋਂ ਪਹਿਲੀ ਅਸੀਂ ਗੱਲ ਕਰੀਏ ਕਿ ਜਿਹੜਾ 9 ਜੁਲਾਈ ਨੂੰ ਜਦੋਂ ਭਾਰੀ ਜਿਹੜੇ ਮੀਂਹ ਪਏ ਸੀਗੇ ਉਸ ਤੋਂ ਬਾਅਦ ਜਿਹੜੀ ਤਬਾਹੀ ਮਚੀ ਹੈ ਇਸ ਨਦੀ ਨੇ ਮਚਾਈ ਹੈ ਔਰ ਇਸ ਨਦੀ ਦੇ ਵਿੱਚ ਕਿਸਨੇ ਇਹ ਕਲੋਨੀ ਕੱਟਣ ਦੀ ਇਜਾਜ਼ਤ ਦਿੱਤੀ ਹੈ, ਵੱਡਾ ਇਹ ਸਵਾਲ ਹੈ। ਔਰ ਇਸ ਕਲੋਨੀ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਉਹ ਸਮੁੱਚੀ ਜਾਣਕਾਰੀ ਦੇਵਾਂਗੇ। ਤੇ ਇੱਥੇ ਭਾਈ ਸ਼ਮਸ਼ੇਰ ਸਿੰਘ ਜੀ ਨੇ ਜਿਹੜੇ ਪ੍ਰਭ ਆਸਰਾ ਸੰਸਥਾ ਤੋਂ ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਕਲੋਨੀ ਦੇ ਕੀ ਹਾਲਾਤ ਨੇ ਉਹਨਾਂ ਦੀਆਂ ਪਹਿਲਾਂ ਆਪ ਨੂੰ ਤਸਵੀਰਾਂ ਵਿਖਾਣੇ ਆ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਰਾਲੀ ਸ਼ਿਸ਼ਮਾ ਜਿਹੜੀ ਨਦੀ ਹੈ ਉਸ ਦੀਆਂ ਨੇ। ਇਸ ਨੂੰ ਬੁੱਧ ਕੀ ਨਦੀ ਵੀ ਕਿਹਾ ਜਾਂਦਾ ਹੈ ਤੇ ਦਰਾਰਾਂ ਵੀ ਅਸੀਂ ਆਪ ਨੂੰ ਦਿਖਾ ਦਿੰਦੇ ਹਾਂ ਕਿ ਕਿੰਨੀ ਇਸ ਜਿਹੜੀ ਖਾਰ ਪਈ ਹੈ, ਜਿਹੜਾ ਕਿ ਪਿੱਛੇ ਜਦੋਂ ਬਾਰਿਸ਼ ਹੋਈ ਸੀਗੀ ਉਸ ਤੋਂ ਬਾਅਦ ਨਦੀ ਆਪਣੇ ਜਿਹੜਾ ਰਸਤਾ ਹੈ ਉਸੇ ਬਹਾਅ 'ਤੇ ਵਹਿੰਦੀ ਹੋਈ ਨਜ਼ਰ ਆਈ ਸੀਗੀ। ਔਰ ਇਸ ਵੇਲੇ ਵੀ ਤਸਵੀਰਾਂ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਨਦੀ ਚੱਲ ਰਹੀ ਹੈ ਔਰ ਘੱਟੋ ਘੱਟ 10 ਫੁੱਟ ਦੇ ਕਰੀਬ ਜਿਹੜਾ ਇਹ ਨਦੀ ਦਾ ਜਿਹੜਾ ਬਹਾਅ ਸੀਗਾ ਉਸ ਵੇਲੇ ਜਿਹੜਾ ਵੇਗ ਸੀਗਾ। ਤੇ ਜਿੱਥੇ ਕਿ ਸਾਹਮਣੇ ਜਿਹੜੀ ਤਸਵੀਰ ਦਿਖ ਰਹੀ ਹੈ ਉਸ ਦੇ ਵਿੱਚ ਸਾਡੇ ਇੱਕ ਪੱਤਰਕਾਰ ਭਰਾ ਖੜੇ ਵੀਡੀਓ ਵੀ ਕਰ ਰਹੇ ਨੇ, ਸ਼ੂਟ ਕਰ ਰਹੇ ਨੇ। ਉਹ ਬਿਲਕੁਲ ਐਨ ਕਿਨਾਰੇ 'ਤੇ ਘਰ ਆ ਗਿਆ ਹੈ ਤੇ ਇਹ ਕਦੇ ਵੀ ਗਿਰ ਸਕਦਾ। ਤੇ ਇੱਥੋਂ ਇਹ ਜਿਹੜੇ ਪਾੜ ਪੈ ਗਏ ਨੇ, ਇਹ ਪਾੜਾਂ ਦੇ ਨਾਲ ਕਿਸੇ ਵੇਲੇ ਅਗਰ ਜਦੋਂ ਵੀ ਕਦੇ ਤੇਜ਼ ਬਹਾਅ ਇੱਥੇ ਆਉਂਦਾ ਹੈ, ਪਾਣੀ ਤੇਜ਼ ਆਉਂਦਾ ਤਾਂ ਇੱਥੋਂ ਸ਼ਹਿਰ ਨੂੰ ਜਿਹੜਾ ਪਾਣੀ ਬਹੁਤ ਹੀ ਜ਼ਿਆਦਾ ਮਾਰ ਕਰੇਗਾ। ਇਸ ਵੱਲ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਕਿ ਕੁਰਾਲੀ ਸ਼ਹਿਰ ਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਜਿਹੜੇ ਕਿ ਇਹ ਪਾੜ ਪਏ ਨੇ ਇਹਨਾਂ ਤੋਂ ਬਾਅਦ। ਔਰ ਗੌਰ ਕਰਨ ਦੀ ਜ਼ਰੂਰਤ ਹੈ। ਇੱਧਰਲੇ ਪਾਸੇ ਅਸੀਂ ਦਿਖਾ ਦਿੰਦੇ ਹਾਂ ਕਿ ਰਿਹਾਇਸ਼ੀ ਏਰੀਆ ਹੈ ਜਿਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਇਹ ਜਿਹੜੇ ਪਾੜ ਪਏ ਨੇ ਅਲੱਗ-ਅਲੱਗ ਪਾਸੇ ਅਸੀਂ ਦਿਖਾ ਸਕਦੇ ਹਾਂ ਕਿ 12 ਮੰਦਰ ਕਲੋਨੀ ਦੇ ਵਿੱਚ ਅਸੀਂ ਮੌਜੂਦ ਹਾਂ। ਇੱਥੇ ਤਸਵੀਰਾਂ ਅਸੀਂ ਆਪ ਨੂੰ ਵੱਖ-ਵੱਖ ਦਿਖਾ ਰਹੇ ਹਾਂ ਤੇ ਸਾਹਮਣੇ ਇੱਧਰਲਾ ਇਹ ਜਿਹੜਾ ਰਿਹਾਇਸ਼ੀ ਇਲਾਕਾ ਹੈ ਉਹ ਵੀ ਆਪ ਨੂੰ ਦਿਖਾ ਰਹੇ ਹਾਂ। ਇੱਕ ਮਕਾਨ ਇੱਥੇ ਗਿਰਨ ਦੀ ਬਿਲਕੁਲ ਕਗਾਰ 'ਤੇ ਹੈ, ਬਿਲਕੁਲ ਤਿਰਛਾ ਹੋ ਚੁੱਕਾ, ਟੇਢਾ ਹੋ ਚੁੱਕਿਆ ਹੈ। ਉਹ ਤਸਵੀਰਾਂ ਵੀ ਅਸੀਂ ਆਪ ਨੂੰ ਦਿਖਾਵਾਂਗੇ। ਫਿਲਹਾਲ ਇੱਧਰਲੀਆਂ ਇਹ ਦਿਖਾ ਦਈਏ ਕਿ 12 ਮੰਦਰ ਜੋ ਔਰ ਉਸ ਦੇ ਨਾਲ ਇਹ 12 ਮੰਦਰ ਦੇ ਨਾਂ 'ਤੇ ਹੀ ਇਹ ਕਲੋਨੀ ਜਿਹੜੀ ਹੈ ਵਿਖਿਆਤ ਹੈ। ਤੇ ਇਹ ਜਿਹੜੀਆਂ ਤਸਵੀਰਾਂ ਵਿਖਾ ਦਿੰਦੇ ਹਾਂ ਕਿ ਇੱਧਰੋਂ ਵੀ ਕਾਫੀ ਜ਼ਿਆਦਾ ਇਸ ਵੇਲੇ ਜਿਹੜਾ ਕਿ ਪਾੜ ਪਿਆ ਹੋਇਆ ਜਿੱਥੋਂ ਪਾਣੀ ਸ਼ਹਿਰ ਨੂੰ ਮਾਰ ਕਰ ਸਕਦਾ, ਇਸ ਕਲੋਨੀ ਨੂੰ ਮਾਰ ਕਰ ਸਕਦਾ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਹੁਣ ਅਸੀਂ ਤਸਵੀਰਾਂ ਹੋਰ ਵੀ ਆਪ ਨੂੰ ਵਿਖਾਵਾਂਗੇ। ਇਹ ਮਕਾਨ ਜਿਹੜਾ ਕਿ ਇਸ ਵੇਲੇ ਬਿਲਕੁਲ ਤਿਰਛਾ ਹੋ ਚੁੱਕਿਆ ਉਹ ਤਸਵੀਰਾਂ ਆਪ ਨੂੰ ਦਿਖਾ ਰਹੇ ਹਾਂ ਔਰ ਸਾਹਮਣੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਬਿਲਕੁਲ ਨਦੀ ਦੇ ਵਿੱਚ ਇਹ ਬਣਿਆ ਹੋਇਆ ਮਕਾਨ ਹੈ। ਇੱਕ ਕਲੋਨੀ ਜਿਹੜੀ ਕਿ 12 ਮੰਦਰ ਦੇ ਨਾਂ 'ਤੇ ਕੱਟੀ ਹੋਈ ਕਲੋਨੀ। ਤੇ ਵੱਡਾ ਇੱਕ ਸਵਾਲ ਪ੍ਰਸ਼ਾਸਨ 'ਤੇ ਵੀ ਹੈ, ਜਦੋਂ ਇਹ ਕਲੋਨੀਆਂ ਕੱਟੀਆਂ ਜਾਂਦੀਆਂ ਕਿਉਂ ਨਹੀਂ ਹਰ ਚੀਜ਼ ਦੀ ਸਹੀ ਢੰਗ ਤੋਂ ਡੂੰਘਾਈ ਤੋਂ ਤਹਿਕੀਕਾਤ ਕੀਤੀ ਜਾਂਦੀ ਕਿ ਇਹ ਜਿਹੜੀਆਂ ਕਲੋਨੀਆਂ ਨਦੀਆਂ ਦੇ ਵਿੱਚ ਕੱਟ ਦਿੱਤੀਆਂ ਜਾਂਦੀਆਂ ਨੇ ਤੇ ਨਤੀਜਾ ਅਤੇ ਉਸ ਦਾ ਜਿਹੜਾ ਰਿਜ਼ਲਟ ਔਰ ਉਸ ਦਾ ਜਿਹੜਾ ਖਾਮਿਆਜ਼ਾ ਉਹ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਕਰੋੜਾਂ ਰੁਪਏ ਲੱਗੇ ਹੋਣਗੇ ਇਸ ਕੋਠੀ 'ਤੇ, ਕਰੋੜਾਂ ਮੁਆਫ ਕਰਨਾ ਮੈਨੂੰ ਕਿ ਕਰੋੜਾਂ ਨੇ ਲੱਖਾਂ ਰੁਪਏ ਲੱਗੇ ਹੋਣਗੇ। ਆਸ਼ੀਆਨਾ ਬਣਾਇਆ ਹੋਵੇਗਾ, ਸੁਪਨਿਆਂ ਦਾ ਘਰ ਬਣਾਇਆ ਹੋਵੇਗਾ ਜਿਸ ਨੇ ਵੀ ਇਸ ਘਰ ਨੂੰ ਬਣਾਇਆ। ਤੇ ਅੱਜ ਉਹ ਇੱਥੋਂ ਇਸ ਕੋਠੀ ਨੂੰ ਖਾਲੀ ਕਰਕੇ ਜਾਣ ਲਈ ਮਜਬੂਰ ਹੋ ਗਏ ਕਿਉਂਕਿ ਇਹ ਜਿਹੜੀ ਕੋਠੀ ਹੈ ਹੁਣ ਕਦੇ ਵੀ ਡਿੱਗ ਸਕਦੀ ਹੈ, ਕਦੇ ਵੀ। ਤਕਰੀਬਨ ਅਸੀਂ ਆਪ ਨੂੰ ਕਿ ਇਹ ਦੇਖ ਲਓ ਕਿ ਹਾਲਾਤ ਕੀ ਨੇ। ਨੀਚੋਂ ਨੀਹਾਂ ਜਿਹੜੀਆਂ ਨੇ ਉਹ ਬਿਲਕੁਲ ਨਿਕਲ ਚੁੱਕੀਆਂ ਨੇ। ਬਿਲਕੁਲ ਸਾਹਮਣੇ ਦੀ ਤਸਵੀਰ ਆਪ ਨੂੰ ਮੈਂ ਦਿਖਾ ਦਿੰਦਾ ਹੈ ਜ਼ੂਮ ਕਰਕੇ ਕਿ ਇਹ ਕਦੇ ਵੀ ਜਿਹੜਾ ਕਿ ਸੁਪਨਿਆਂ ਦਾ ਜਿਹੜਾ ਘਰ ਸੀਗਾ ਜਿਸ ਵੀ ਇਸ ਸ਼ਖਸ ਨੇ ਬਣਾਇਆ ਸੀਗਾ ਉਹ ਹੁਣ
ਕਦੇ ਵੀ ਡਿੱਗ ਸਕਦਾ ਹੈ। ਕੋਠੀ ਖਾਲੀ ਕਰਕੇ ਜਾ ਚੁੱਕੇ ਨੇ, ਕਿੱਥੇ ਨੇ ਲੋਕ ਸਾਨੂੰ ਨਹੀਂ ਪਤਾ। ਤੇ ਫਿਲਹਾਲ ਪ੍ਰਭ ਆਸਰਾ ਸੰਸਥਾ ਤੋਂ ਇੱਥੇ ਜਾਇਜ਼ਾ ਲੈਣ ਲਈ ਪਹੁੰਚੇ ਨੇ ਸ਼ਮਸ਼ੇਰ ਸਿੰਘ ਜੀ। ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਨਦੀ ਆਪਣੇ ਵੇਗ ਦੇ ਵਿੱਚ ਵਹਿੰਦੀ ਹੋਈ ਦਿਖ ਰਹੀ ਹੈ ਆਪ ਨੂੰ, ਕਿ ਇੱਥੋਂ ਰਸਤਾ ਉਹ ਵਾਰ-ਵਾਰ ਮੰਗ ਰਹੀ ਹੈ। ਕਹਿੰਦੇ ਨੇ ਕਿ ਖਵਾਜਾ ਜਿਹੜਾ ਹੈ ਕਿ ਕਦੇ ਨਾ ਕਦੇ ਆਪਣਾ ਰਸਤਾ ਕਹਿੰਦੇ ਕਿ ਦੁਆਰ ਤੋਂ ਫੇਰ ਲੈ ਲੈਂਦਾ ਹੈ। ਤੇ ਉਹ ਤਸਵੀਰਾਂ ਹੜ੍ਹ ਦਾ ਪਾਣੀ ਨੇ ਕੁਰਾਲੀ ਨਿਵਾਸੀਆਂ ਦਾ ਕਾਫੀ ਨੁਕਸਾਨ ਕੀਤਾ। ਕਈ ਮਕਾਨ ਵੀ ਖੜੇ ਐ। ਸਰ, ਕਿਸ ਤਰ੍ਹਾਂ ਦੇ ਹਾਲਾਤ ਹੈ ਇਸ ਵਕਤ? ਫੇਰ ਨਦੀ ਆਈ ਹੋਈ ਹੈ। ਜਿਹੜਾ ਹੜ੍ਹ ਦੀ ਮਾਰ ਥੱਲੇ ਆਇਆ ਹੋਇਆ ਏਰੀਆ ਕੁਰਾਲੀ ਦਾ, ਇੱਥੇ ਜਦੋਂ ਮੈਂ ਇਹਨੂੰ ਦੇਖ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਹੈ, ਪਾਣੀ ਦੇ ਵਿੱਚ ਕਿੱਦਾਂ ਕਲੋਨੀ ਬਣੀ ਹੋਈ ਹੈ, ਜਿਹੜੀ ਕਿ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਕਿ ਪਾਣੀ ਦੇ ਅੰਦਰ ਇਹ ਜਿਹੜੀ ਜਿੱਥੇ ਬਹੁਤ ਪੁਰਾਣਾ ਫਲੋ ਇੱਥੇ ਸੈਂਕੜਿਆਂ ਸਾਲਾਂ ਦਾ, ਜਿਹਨੂੰ ਆਪਾਂ ਕਹੀਏ, ਆਪਾਂ ਤਾਂ ਪਿਛਲੇ ਜਦੋਂ ਸਾਡੀ ਕਹ ਲਓ ਵੀ ਸੋਝੀ ਸੰਭਲੀ ਹੈ ਉਦੋਂ ਤੋਂ ਦੇਖਦੇ ਆ ਰਹੇ ਹਾਂ ਕਿ ਇੱਥੇ ਨਦੀ ਦਾ ਜਿਹੜਾ ਏਰੀਆ ਸੀ ਉਹ ਕਿੰਨਾ ਲੰਮਾ ਚੌੜਾ ਸੀ। ਜੇ ਇਹਦਾ ਇੱਧਰਲਾ ਬੰਨਾ ਦੇਖਦੇ ਹਾਂ ਉਹ ਕਿੰਨਾ ਅੱਧੇ ਕਿਲੋਮੀਟਰ 'ਤੇ ਹੋਏਗਾ। ਇਹ ਨਹਿਰ ਦੇ ਵਿੱਚ ਮਤਲਬ ਨਦੀ ਦੇ ਵਿੱਚ ਜਿਹੜੀ ਕਲੋਨੀ ਹੈਗੀ ਹੈ, ਇਹ ਕੱਟਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ, ਇਹਦੇ ਨਕਸ਼ੇ ਪਾਸ ਕਿਹਨੇ ਕੀਤੇ ਹੈ, ਇਹ ਜਿਹੜੇ ਸਵਾਲ ਬਹੁਤ ਵੱਡੇ ਖੜੇ ਹੈ, ਜਿਹਦੇ ਕਰਕੇ ਨਾਗਰਿਕ ਦੀਆਂ ਜਾਨਾਂ ਖਤਰੇ ਵਿੱਚ ਪਈਆਂ। ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਸਾਰੀ ਉਮਰ ਦੀ, ਇੱਕ ਮਕਾਨ ਬਣਾਉਣਾ ਹੋਵੇ ਇੱਕ ਇਨਸਾਨ ਨੇ, ਤੇ ਉਹਨੂੰ ਪਤਾ ਹੁੰਦਾ ਉਹ ਕਿੱਦਾਂ ਬਣਾਉਂਦਾ। ਤੇ ਕੋਠੀਆਂ ਦੇ ਹਾਲਾਤ, ਤੇ ਗਿਰੀਆਂ ਹੋਈਆਂ ਕੋਠੀਆਂ, ਤੇ ਗਿਰਨ ਕਿਨਾਰੇ ਖੜੀਆਂ ਕੋਠੀਆਂ ਦੱਸ ਰਹੀਆਂ ਹੈਗੀਆਂ ਕਿ ਉਹ ਮਤਲਬ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਝੱਲ ਰਹੇ ਹੋਣੇ, ਕਿੰਨੇ ਕੁ ਡਿਪਰੈਸ਼ਨ 'ਚ ਗਏ ਹੋਣੇ, ਤੇ ਕਿੰਨੀ ਉਹਨਾਂ ਦੇ ਉੱਪਰ ਕਰਜ਼ੇ ਖੜੇ ਹੋਣੇ ਜਿਨ੍ਹਾਂ ਨੇ ਆਪਣੀਆਂ ਲੋਨ ਲੈ ਕੇ ਇੱਥੇ ਮਕਾਨ ਬਣਾਏ ਹੈ। ਇਸ ਦੀ ਇਨਕੁਆਰੀ ਤੁਰੰਤ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਇਹ ਕਲੋਨੀਆਂ ਕਿਹਨੇ ਪਾਸ ਕੀਤੀਆਂ, ਇਸ ਨਦੀ ਦੇ ਵਿੱਚ ਕਲੋਨੀਆਂ ਨੂੰ ਪਾਸ ਕਿਹਨੇ ਕੀਤਾ, ਤੇ ਇਹਨਾਂ ਦੀ ਜਾਨ ਦੇ ਨਾਲ ਨਾਗਰਿਕ ਦੀ ਖਿਲਵਾੜ ਕਰਨ ਦੇ ਲਈ ਉਹ ਕਿਹੜਾ ਕਾਨੂੰਨ ਹੈ ਜਿਹਨੇ ਇਜਾਜ਼ਤ ਦਿੱਤੀ ਹੈ। ਇਸ ਦੇ ਸੰਬੰਧ ਦੇ ਵਿੱਚ ਮੈਂ ਬੇਨਤੀ ਕੀਤੀ ਹੈ ਐਸਡੀਐਮ ਸਾਹਿਬ ਨੂੰ। ਉਹਨਾਂ ਨੇ ਕਿਹਾ ਵੀ ਦੀ ਇਨਕੁਆਰੀ ਕੀਤੀ ਜਾ ਰਹੀ ਹੈਗੀ ਹੈ। ਤੇ ਹੁਣ ਇਸ ਵੇਲੇ ਸਵਾਲ ਹੈਗਾ ਕਿ ਜੋ ਪਾਣੀ ਦਾ ਰਸਤਾ ਹੈਗਾ, ਇਸ ਵੇਲੇ ਮੈਂ ਦੇਖ ਰਿਹਾ ਕਿ ਪਾਣੀ ਨੇ ਆਪਣਾ ਰਸਤਾ ਪੁਰਾਣਾ ਜਿਹੜਾ ਉਹ ਬਣਾਉਂਦਾ ਆ ਰਿਹਾ, ਤੇ ਉਸ ਦੇ ਅੱਗੇ ਕਿੰਨੀ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਕਿ ਨਕਸ਼ੇ ਪਾਸ ਕਰਵਾਏ ਹੋਏ ਹੈ, ਤੇ ਜਿਹੜੇ ਕਿ ਰੈਗੂਲਰ ਆਪਣਾ ਸਾਰਾ ਕੁਝ ਪੇ ਕਰਦੇ ਆ, ਜਿਹੜੇ ਕਿ ਟੈਕਸ ਹੁੰਦੇ ਆ ਇਹਨਾਂ ਦੇ। ਤੇ ਇਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਹੈ। ਤੇ ਜੇਕਰ ਪਾਣੀ ਰਾਤ ਨੂੰ, ਜਿਵੇਂ ਮੌਸਮ ਵਿਭਾਗ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਵੀ ਪਾਣੀ ਕਿਸੇ ਵੇਲੇ ਵੀ ਛੱਡਣਾ ਪੈ ਸਕਦਾ, ਤੇ ਜੇ ਦੁਬਾਰੇ ਪਾਣੀ ਆ ਗਿਆ, ਇਹਨੇ ਆਪਣਾ ਰਸਤਾ ਜਿਸ ਹਿਸਾਬ ਨਾਲ ਬਣਾਇਆ ਹੋਇਆ ਤੇ ਕਿੰਨਾ ਵੱਡਾ ਨੁਕਸਾਨ ਕਰੇਗਾ। ਇਹਨਾਂ ਦਾ ਜਾਨੀ ਨੁਕਸਾਨ ਦੀ ਕੰਪਨਸੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਜੇ ਕਿਸੇ ਦਾ ਵੀ ਮਾਲੀ ਨੁਕਸਾਨ ਹੁੰਦਾ ਹੈ, ਆਰਥਿਕ ਪੱਖੋਂ ਹੁੰਦਾ ਹੈ, ਜਾਨੀ ਨੁਕਸਾਨ ਹੁੰਦਾ ਹੈ, ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ? ਇਹ ਸਵਾਲ ਖੜੇ ਆ। ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਕਿ ਤੁਰੰਤ ਇੱਥੇ ਵਿਜ਼ਿਟ ਕੀਤੀ ਜਾਵੇ, ਤੇ ਵਿਜ਼ਿਟ ਕਰਕੇ ਸਲਿਊਸ਼ਨ ਦਿੱਤਾ ਜਾਵੇ। ਤੇ ਜਿਨ੍ਹਾਂ ਨੇ ਇਹ ਪਾਣੀ ਦੇ ਰਸਤੇ ਦੇ ਵਿੱਚ ਇਹ ਕਲੋਨੀਆਂ ਪਾਈਆਂ, ਮਤਲਬ ਪਾਸ ਕੀਤੀਆਂ, ਨਕਸ਼ੇ ਪਾਸ ਕੀਤੇ ਹੈ, ਉਹਨਾਂ 'ਤੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਾਗਰਿਕ ਦੀਆਂ ਜਾਨਾਂ ਤੋਂ ਵੱਧ ਕੇ ਮਤਲਬ ਕੁਝ ਵੀ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ। ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਇਹ ਬਿਨਾਂ ਦੇਰੀ, ਕਿਉਂਕਿ ਪਾਣੀ ਰਾਤ ਨੂੰ ਵੀ ਆ ਸਕਦਾ, ਪਾਣੀ 2 ਦਿਨਾਂ ਬਾਅਦ ਵੀ ਆ ਸਕਦਾ, ਪਾਣੀ ਕਿਸੇ ਵੇਲੇ ਵੀ ਆ ਸਕਦਾ। ਤੇ ਇੱਥੇ ਜਿਹੜੇ ਨਾਗਰਿਕ ਰਹਿ ਰਹੇ ਹੈ ਉਹਨਾਂ ਨੂੰ ਇੱਕਦਮ ਸੇਫ ਕਿੱਦਾਂ ਕਰਾਂਗੇ? ਸੇਫ ਕਰਨ ਦੇ ਜੇ ਇੰਤਜ਼ਾਮ ਵੀ ਕਰ ਲਏ, ਬਾਈ ਚਾਂਸ ਜੇ ਕਿਤੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਹਦੇ ਲਈ ਜ਼ਿੰਮੇਵਾਰੀ ਕਿਹਦੀ ਹੋਊਗੀ? ਇਹ ਬਹੁਤ ਸਾਰੇ ਸਵਾਲ ਖੜੇ ਹੈ। ਮੈਂ ਫਿਰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਹਦਾ ਸੋਲਿਊਸ਼ਨ ਦਿੱਤਾ ਜਾਵੇ। ਤੇ ਸੰਸਥਾਵਾਂ ਜਿਹੜੀਆਂ ਹੈਗੀਆਂ ਇਹ ਕੀ ਕਰ ਸਕਦੀਆਂ ਹੈਗੀਆਂ, ਤੇ ਇਹਨੂੰ ਸੁਝਾਅ ਵੀ ਦਿੱਤਾ ਜਾਵੇ। ਤੇ ਕੁਛ ਇਹ ਮਤਲਬ ਟੈਕਨੀਕਲ ਟੀਮ ਭੇਜ ਕੇ ਜੋ ਵੀ ਕੀਤਾ ਜਾ ਸਕਦਾ ਹੈਗਾ, ਸੰਸਥਾਵਾਂ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਵੀ ਅਸੀਂ 24 ਘੰਟੇ ਤਿਆਰ ਹੈਗੇ ਹਾਂ। ਜਿਸ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਅਸੀਂ ਕਰਨ ਨੂੰ ਤਿਆਰ ਹਾਂ, ਪਰ ਹਰ ਕੀਮਤ ਤੇ ਨਾਗਰਿਕ ਸੇਫ ਹੋਣਾ ਚਾਹੀਦਾ ਹੈ। ਭਾਜੀ ਜਿਹੜੀ ਨਵੀਂ ਇੱਥੇ ਕੁਝ ਹੁਣ ਹੋਰ ਵੀ ਨਵੀਂ ਕਲੋਨੀਆਂ ਕੱਟਣ ਦੀ ਤਾਦਾਦ 'ਚ ਇਸ ਟਾਈਮ, ਮਤਲਬ ਨਦੀ ਦੇ ਮੁਹਾਨੇ ਤੇ ਜਾਂ ਨਦੀ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਦੀ ਦੇ ਵਿੱਚ ਕਲੋਨੀ ਕੱਟਣ ਦਾ ਮਤਲਬ ਆਪਣੇ ਨਾਗਰਿਕ ਨੂੰ ਚੱਕ ਕੇ ਨਦੀ ਦੇ ਵਿੱਚ ਗੇਰ ਦੇਣਾ। ਇਹ ਕਿਹੜੇ ਕਾਨੂੰਨ ਨੇ ਕਿਸ ਅਧਿਕਾਰੀ ਨੂੰ ਅਧਿਕਾਰ ਦੇ ਦਿੱਤਾ? ਤੇ ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਤੇ ਜ਼ੁਲਮ ਕੀ ਹੋ ਸਕਦਾ ਹੈ? ਇਸ ਦਾ ਵੀ ਜਵਾਬ ਅਸੀਂ ਮੰਗਦੇ ਹਾਂ। ਕਿੱਦਾਂ ਤੁਸੀਂ ਮਤਲਬ ਨਦੀਆਂ ਦੇ ਵਿੱਚ ਕਲੋਨੀਆਂ ਕਿੱਦਾਂ ਕੱਟ ਦੋਗੇ, ਕਿੱਦਾਂ ਪਾਸ ਕਰ ਦੋਗੇ? ਕਿਹਨੇ ਤੁਹਾਨੂੰ ਅਧਿਕਾਰ ਦੇ ਦਿੱਤਾ? ਕੌਣ ਕਰਦਾ ਇਹ ਕੰਮ? ਜਿਹੜਾ ਕਰਦਾ ਹੈ, ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਥੇ ਹੋਰ ਇੰਨੀਆਂ ਵੱਡੀਆਂ ਇਨਕੁਆਰੀਆਂ ਕਰਕੇ ਇਨਸਾਫ ਦਵਾ ਰਹੇ ਹੋ, ਤੇ ਤੁਸੀਂ ਆਹ ਜਿਹੜੀਆਂ ਮਤਲਬ ਨਦੀ ਦੇ ਵਿੱਚ ਮਤਲਬ ਬੰਦਿਆਂ ਨੂੰ ਵਸਾ ਦਿੱਤਾ ਇੱਥੇ, ਤੇ ਇਸ ਦੀ ਤੁਰੰਤ ਇਨਕੁਆਰੀ ਕਰਕੇ ਤੇ ਜਿਹੜੇ ਬੰਦਿਆਂ ਦੇ ਮਤਲਬ ਜਿਨ੍ਹਾਂ ਨੇ ਜਾਨਾਂ ਦੇ ਨਾਲ ਖਿਲਵਾੜ ਕੀਤਾ ਤੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਹੈਗੀ ਹੈ, ਤੇ ਉਹਨਾਂ ਦੇ ਉੱਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਨਾਗਰਿਕ ਦੀਆਂ ਜਾਨਾਂ ਨੂੰ ਸੇਫ
ਕੀਤਾ ਜਾਵੇ। ਤੁਰੰਤ ਸਮੇਂ ਦੀ ਇਸ ਵੇਲੇ ਲੋੜ ਹੈ। ਕਿਸੇ ਵੇਲੇ ਵੀ ਪਾਣੀ ਵੱਧ ਸਕਦਾ ਹੈ, ਕੋਈ ਵੀ ਘਟਨਾ ਘਟ ਸਕਦੀ ਹੈ, ਔਰ ਜੇਕਰ ਕੋਈ ਘਟਨਾ ਘਟਦੀ ਹੈ ਜ਼ਿੰਮੇਵਾਰ ਕੌਣ ਹੋਏਗਾ, ਇਹ ਸਵਾਲ ਖੜਾ ਹੈ ਇਸ ਵੇਲੇ। ਤੁਸੀਂ ਸਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ ਜੀ? ਇਸ ਦੇ ਸੰਬੰਧ ਵਿੱਚ ਐਸਡੀਐਮ ਸਾਹਿਬ ਨਾਲ ਗੱਲ ਹੋਈ ਹੈ। ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਸ ਦੀ ਤੁਰੰਤ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹ ਕਹਿੰਦੇ ਅਸੀਂ ਇਹਦੀ ਇਨਕੁਆਇਰੀ ਕਰ ਰਹੇ ਹਾਂ ਕਿ ਇਹ ਕਿਸ ਨੇ ਪਾਸ ਕੀਤਾ ਹੈਗਾ ਇਸ ਕਲੋਨੀ ਨੂੰ ਇੱਥੇ। ਤੇ ਦੂਜੀ ਗੱਲ ਜਿਹੜੀ ਸੀ ਕਿ ਨਾਲ ਦੀ ਨਾਲ ਵੀ ਅਸੀਂ ਇਹਨਾਂ ਦੇ ਬਚਾਅ ਦੇ ਲਈ ਵੀ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਬਚਾਅ ਦੇ ਲਈ ਬਿਲਕੁਲ ਤਿਆਰ ਹੈਗੇ ਹਾਂ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ। ਪਰ ਮੈਂ ਇਸ ਦੇ ਉੱਤੇ ਫਿਰ ਵੀ ਅਜੇ ਸੈਟੀਸਫਾਈਡ ਨਹੀਂ ਹੈਗਾ ਵੀ ਰਾਤ ਨੂੰ ਪਾਣੀ ਆ ਜਾਵੇ ਇੱਕਦਮ ਬਚਾਅ ਦੀ ਕੋਸ਼ਿਸ਼ ਕਰਨਗੇ, ਜੇ ਉਹ ਕਹਿ ਰਹੇ ਆ ਕਰਨਗੇ, ਪਰ ਜੇ ਕਿਸੇ ਦਾ ਨੁਕਸਾਨ ਹੋ ਗਿਆ ਉਸ ਬਚਾਅ ਦੌਰਾਨ ਫਿਰ ਕੌਣ ਜ਼ਿੰਮੇਵਾਰ ਹੈ? ਇਸ ਕਰਕੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਛੱਡਿਆ ਜਾ ਸਕਦਾ। ਤੁਰੰਤ ਸੋਲਿਊਸ਼ਨ ਇਸ ਵੇਲੇ ਚਾਹੀਦਾ ਹੈ ਕਿਉਂਕਿ ਉੱਪਰੋਂ ਮੌਸਮ ਇੱਦਾਂ ਦਾ ਬਣਿਆ ਹੋਇਆ ਹੈ ਕਿ ਪਾਣੀ ਕਿਸੇ ਵੇਲੇ ਵੀ ਆ ਸਕਦਾ ਹੈ। ਇਸ ਕਰਕੇ ਨਾਗਰਿਕ ਦੀ ਜਾਨ ਤੋਂ ਵੱਧ ਕੇ ਸੰਵਿਧਾਨ ਦੇ ਵਿੱਚ ਹੋਰ ਕੁਝ ਨਹੀਂ ਹੈ। ਜੋ ਕੁਝ ਵੀ ਕਰਨਾ ਪੈਂਦਾ ਹੈ ਨਾਗਰਿਕ ਦੀ ਜਾਨ ਨੂੰ ਬਚਾਉਣ ਦੇ ਲਈ। ਕਾਨੂੰਨ ਜਿਹੜੇ ਹੁੰਦੇ ਆ ਨਾਗਰਿਕ ਲਈ ਹੁੰਦੇ ਆ, ਕਾਨੂੰਨਾਂ ਨੂੰ ਨਾਗਰਿਕ ਦੇ ਉੱਤੋਂ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਨਾਗਰਿਕ ਨੂੰ ਕਾਨੂੰਨਾਂ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਧਿਆਨ 'ਚ ਰੱਖ ਕੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ। ਨਦੀ ਦੇ ਵਿੱਚ ਹੁਣ ਵੀ ਦੇਖਿਆ ਜਾ ਰਿਹਾ ਕਿ ਨਦੀ ਦੇ ਬਿਲਕੁਲ ਨਾਲ ਹੀ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਨਵੀਆਂ, ਤੇ ਉਸ ਦੇ ਵਿੱਚ ਕੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਹੀਂ ਦਿਖਦੀ? ਜੇਕਰ ਕਲੋਨੀ ਜੇ ਕੋਈ ਨਦੀ ਦੇ ਵਿੱਚ ਪਾਸ ਹੁੰਦੀ ਹੈ ਤਾਂ ਇਹ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡਾ ਸਵਾਲ ਹੈ। ਉਸ ਤੋਂ ਬਿਨਾਂ ਕਿਹਦੀ ਹਿੰਮਤ ਹੈਗੀ ਹੈ ਕਿ ਇਸ ਕਲੋਨੀ ਨੂੰ ਇੱਦਾਂ ਪਾਸ ਕਰ ਦੇਵੇ? ਇਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੈ, ਸੰਬੰਧਿਤ ਮਹਿਕਮੇ ਦੀ ਹੈ, ਉਸ ਡਿਪਾਰਟਮੈਂਟ ਦੀ ਹੈ। ਕਿਸੇ ਵੀ ਕੀਮਤ 'ਤੇ ਪਬਲਿਕ ਜਿਹੜੀ ਹੈਗੀ ਹੈ ਇਸ ਤਰ੍ਹਾਂ ਆਪਣੀਆਂ ਜਾਨਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। ਪ੍ਰਸ਼ਾਸਨ ਗੰਭੀਰਤਾ ਨਾਲ ਇਸ ਨੂੰ ਵਿਚਾਰੇ ਕਿ ਜਿਹੜੇ ਪਾਣੀ ਦੇ ਫਲੋ ਪਹਿਲਾਂ ਇਹ ਅੱਧੇ ਕਿਲੋਮੀਟਰ ਤੋਂ ਵੱਧ ਮੈਨੂੰ ਤਾਂ ਕਿਲੋਮੀਟਰ ਦੇ ਵਿੱਚ ਨੂੰ ਇਹ ਨਦੀਆਂ ਚੱਲਦੀਆਂ ਸੀ ਤੇ ਨਦੀਆਂ ਦੇ ਵਿੱਚ ਜਾ ਕੇ ਕਲੋਨੀਆਂ ਕੱਟ ਦੇਣੀਆਂ ਬੰਦਿਆਂ ਨੂੰ, ਉਹਦੇ ਵਿੱਚ ਮਤਲਬ ਇੱਕ ਹਟਾਉਣ ਵਾਲੀ ਗੱਲ ਹੋ ਗਈ। ਤੇ ਆ ਛੋਟਾ ਜਿਹਾ ਤੁਸੀਂ ਪੈਪ ਦੱਬ ਕੇ ਤੇ ਕਿਸ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ? ਇਹਦੀ ਤੁਰੰਤ ਇਨਕੁਆਇਰੀ ਕਰਨ ਦੀ ਲੋੜ ਹੈ। ਮੈਂ ਫੇਰ ਕਹਿੰਦਾ ਵੀ ਗੰਭੀਰਤਾ ਨਾਲ ਵਿਚਾਰ ਕੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ। ਨਾਲ ਦੀ ਨਾਲ ਨਾਗਰਿਕ ਦੀਆਂ ਜਾਨਾਂ ਨੂੰ ਸੇਫ ਕਰਨ ਦੀ ਲੋੜ ਹੈ। ਕਾਨੂੰਨ ਨੂੰ ਇਸ ਦੇ ਵਿੱਚ ਅੜਿੱਕਾ ਨਹੀਂ ਬਣ ਦੇਣਾ ਚਾਹੀਦਾ। ਕਾਨੂੰਨ ਨਾਗਰਿਕ ਦੀ ਸੁਰੱਖਿਆ ਲਈ ਹੈ। ਕਾਨੂੰਨ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ ਨਾਗਰਿਕ ਨੂੰ ਐਮਰਜੈਂਸੀ ਹਾਲਾਤਾਂ 'ਚ ਬਚਾਉਣ ਦੇ ਲਈ, ਪਰ ਕਾਨੂੰਨ ਤੋਂ ਨਾਗਰਿਕ ਕੁਰਬਾਨ ਨਹੀਂ ਕੀਤੇ ਜਾ ਸਕਦੇ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਰੋਸ ਹੈ ਵੀ ਇਸ ਤਰ੍ਹਾਂ ਨਦੀ ਦੇ ਵਿੱਚ ਕਿਉਂ ਇਹ ਮਕਾਨ ਬਣੇ ਹੋਏ ਹੈ ਤੇ ਕਿਉਂ ਇਹ ਮਤਲਬ ਅਥੋਰਾਈਜ਼ਡ ਕਰ ਦਿੱਤੀਆਂ ਗਈਆਂ ਕਲੋਨੀਆਂ। ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੁਰੰਤ ਐਕਸ਼ਨ ਲਿਆ ਜਾਵੇ। ਠੀਕ ਹੈ। जब ये साहब से मिले हैं तो उन्होंने कहा कि ये काम जो है ड्रेनेज डिपार्टमेंट का काम है, तो उन्होंने बोला कि वहाँ से एनओसी आएगा तब हम कुछ कर पाएंगे। लेकिन आज 10-12 दिन हो गए लेकिन कोई एनओसी नहीं आया और ना ही अभी तक कोई कार्रवाई हुई है। 12 मंदिर कॉलोनी में आप रह रहे हैं यहाँ पे, क्या अब आपको यहाँ पे रहते हुए डर महसूस होता है? डर, रात को इतना खौफ, हमें नींद नहीं आती रात के वक्त के, इतने घबराए हुए होते हैं, नींद नहीं आती है और बार बार उठ के हमें नदी की तरफ देखना पड़ता है कि कहीं पानी तो नहीं आ गया, हम भाग लें यहाँ से। जो आपका मकान है उसका आपने नक्शा पास करवाया था? नक्शा पास, हमारे नक्शे पास हैं, रजिस्ट्री है, नक्शा पास है और हम यहाँ प्रॉपर्टी टैक्स पे कर रहे हैं, बिजली पानी का पे कर रहे हैं, हमें कोई दिक्कत नहीं है। जब हमने मकान बनाया ना तो ड्रेनेज डिपार्टमेंट ने हमें रोका, ना एमसी ने रोका हमें, चुपचाप हर जगह हमारे काम होता रहा, इसलिए हमें कोई पता नहीं लगा कि ये नदी की जगह है। ठीक, ओके। एक मिनट चलो जी। सर की नाम अपना? भाजी राजेश कुमार जी। भाजी यहाँ पर ठीक है जी, हमारा सारी फॉर्मेलिटी जो भी थी मकान की हर एक चीज़ ओके है, ठीक है, हमें कोई दिक्कत नहीं है इस चीज़ के लिए। पर जब 2018 में यहाँ पर पानी आया तो पानी ऐसा पानी आया कि यहाँ पर 3 मकान थे यहाँ पर, 3 मकान साथ में पानी भाग के ले गए यहाँ से, ठीक है जी। जो कुछ मकान थे पास में उस मकानों में पानी अंदर आ गया था। फिर हमने प्रशासन से गुहार लगाई तो प्रशासन वगैरह सब उस टाइम सब प्रशासन यहाँ पर आया, जो भी जिनकी फॉर्मेलिटी सब आया, लेकिन काम किसी ने भी नहीं करा। अब जब दोबारा पानी यहाँ पर अभी आया 9 जुलाई को, तो उस पानी ने तो बहुत ही पूरी कॉलोनी के अंदर पानी था वो पानी। तो हम दोबारा जैसे ही प्रशासन इसमें गए, हर एक प्रशासन से मतलब हमने बात करी है, तो प्रशासन कहता हम बात करेंगे मिलेंगे, जिसने भी करा करेंगे हम, लेकिन करा कुछ भी नहीं है उन्होंने। तो हम ये मांग करते हैं कि जिसकी भी गलती है, चाहे प्रशासन की गलती है, चाहे डीलर की गलती है, या किसी की भी गलती है, जिन्होंने ये कॉलोनी पास करी है, नदी के अंदर पास करी है, नदी थी नहीं थी हमें इस चीज़ का पता नहीं, लेकिन जब हम देख रहे हैं तो ये नदी है। तो हम ये चाहते हैं कि जिनका भी नुकसान हुआ है
या आने चलो हो गया, लेकिन जो आने वाला जो नुकसान जिसका होगा उससे हमें बचना चाहते हैं हम। जब आपने प्लाट लिया था तब आपको पता नहीं था भी यहाँ पे नदी, आपको क्या दिखाया गया था, क्या बोला गया था? अजी यहाँ पे नदी थी नहीं, यहाँ पे सिर्फ छोटा सा नाला था यहाँ पर, ठीक है जी। जो सामने वाली कॉलोनी है WICCS जो कॉलोनी सामने वाली बनी हुई है, इसने तो जो भी हमारे सामने तो खुल लिया था पूरा ये नाला, लेकिन उसने पूरा बंद कर दिया था ये। तो उस टाइम पानी भी कभी आया नहीं यहाँ पर। हम 2013 से यहाँ पे रह रहे हैं, तो कभी पानी भी यहाँ पे आया नहीं, लेकिन 2018 में पानी आया था यहाँ पर, तब पता लगा कि नदी जगह है। सरकार की ओर से कोई काम किया गया अभी नदी? सरकार की तरफ से कोई भी काम नहीं करा। सरकार से हमने प्रशासन से जितनी भी कहा कि हम इस नदी को साफ करो या जो भी करने वाला काम है, तो उन्होंने कभी भी नहीं करा कि हाँ चलो हम नदी को ही साफ करें, कभी नहीं हुआ ये काम ऐसा। अच्छा, इस कॉलोनी में जो बंदे रह रहे हैं वो ज़्यादातर बिलोंग कहाँ से करते हैं? पंजाब से हैं या अलग अलग? भाजी देखो, पंजाब के भी हैं, उत्तराखंड के भी हैं, हिमाचल के भी हैं, ठीक है, सभी जगह से हैं, बाहर के हैं, लोकल भी हैं, मोस्टली बाहर के हैं। हाँ जी। तो जैसे अभी यहाँ पे नई कॉलोनी भी कुछ करने वाली है, उसके बारे में क्या बोलेंगे आप? लोगों से क्या अपील करेंगे? हम तो ये अपील करेंगे जैसे हम मर रहे हैं तो वो ना मरें। हम तो फंसी गए हैं, हम चाहे प्रशासन ने हमें फंसा दिया, कैसे फंसाया, तो वो क्योंकि बनने नहीं चाहिए वो। अभी तो बन गई है, लेकिन जब बन उन्होंने पैसा लगा देंगे फिर तो वो गए, जैसे हम मर रहे हैं अभी। ये सिर्फ हम आपने अपना मकान बनाने के लिए कोई लोन भी लिया है जी? हमने तो यहाँ पर जो लोग रह रहे हैं हाँ जी लिए, सबने लिए हैं। कहते हैं कि ये जो मकान गिरने वाला है अब उस बंदे ने भी लोन लिया हुआ है। ये तो डीलर का मकान, वो जो अच्छा। जिसका पहले तो उसने लोन लिया था, लेकिन उसको चलो किसी ने वो कहीं और ले लिया उसने, अब ये डीलर के नाम पे हो गया है। जैसे कि आप इस कॉलोनी में रह रहे हैं, यहाँ पे हैं आप, यहाँ के बसिंदे हैं, क्या आपसे आपकी सरकार से ये भी मांग है कि इस कॉलोनी से हमें हटा के कहीं और बसाया जाए? बिल्कुल जी, जो भी कार्रवाई बनती है, चाहे कॉलोनी को जो भी कर उनका हक में होता है वो करें, लेकिन हमारे हक में होना चाहिए। कंपनसेशन वगैरह सरकार दे दे तो वो भी हमें मंजूर है कि आप यहाँ से कहीं और मकान बना लेंगे। बिल्कुल जी। ਕਲੋਨੀ ਕੱਟੀ ਹੋਈ ਸੀਗੀ, ਉਹਦੇ ਲੋਕਾਂ ਨੂੰ ਕੁਝ ਪਰੇਸ਼ਾਨੀ ਆਏ ਪਾਣੀ ਲੈ ਕੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜੀ ਉਹ ਨਦੀ ਹੈਗੀ ਆ ਉਹ ਡਰੇਨੇਜ ਵਿਭਾਗ ਉਹਨੂੰ ਮੇਨਟੇਨ ਕਰਦਾ ਹੈਗਾ, ਉਹਦੇ ਅਧਿਕਾਰ ਖੇਤਰ 'ਚ ਹੈਗੀ ਹੈ। ਅਸੀਂ ਉਹਦੇ ਵਹਾਓ ਦੇ ਲਈ ਉਹਨੂੰ ਜਾਂ ਜਿਹੜੀ ਉਹਦੀ ਸਫਾਈ ਦੇ ਲਈ ਅਸੀਂ ਡਰੇਨੇਜ ਵਿਭਾਗ ਨੂੰ ਮੈਂ ਪਿਛਲੇ ਹਫ਼ਤੇ ਚਿੱਠੀ ਲਿਖੀ ਹੈਗੀ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈਗਾ। ਅਤੇ ਅਸੀਂ ਜਿਹੜੀ ਇਹਦੀ ਸਫਾਈ ਲਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੈਗਾ ਵੀ ਇਹਦੀ ਸਫਾਈ ਕਰਵਾਈ ਜਾਵੇ। ਇਹ ਸਭ ਜਿਹੜੀ ਨਦੀ ਦੇ ਨਾਲ ਕਲੋਨੀਆਂ ਕੱਟੀ ਗਈਆਂ, ਉੱਥੇ ਨਕਸ਼ੇ ਵੀ ਪਾਸ ਹੋਏ ਹੋਏ ਲੋਕਾਂ ਦੇ, ਉਹ ਨਗਰ ਕੌਂਸਲ ਕੀ ਉਹ ਨਕਸ਼ੇ ਅਸੀਂ ਰਿਕਾਰਡ ਮੰਗ ਰਹੇ ਹਾਂ ਉਹਨਾਂ ਤੋਂ, ਕਿੱਦਾਂ ਪਾਸ ਹੋਏ ਹੋਏ ਆ, ਉਹ ਕੀ ਹੈਗਾ। ਕਲੋਨੀ ਉਹ ਪਾਸ ਨਹੀਂ ਹੈਗੀ ਅਤੇ ਨਕਸ਼ੇ ਕਿਸ ਉਹਦੇ ਨਾਲ ਪਾਸ ਹੋਏ ਨੇ ਉਹਦੀ ਅਸੀਂ ਜਾਂਚ ਕਰ ਰਹੇ ਹਾਂ, ਅਤੇ ਉਹਦੀ ਜਲਦੀ ਜਾਂਚ ਕਰਕੇ ਜੋ ਵੀ ਬਣਦਾ ਹੋਊਗਾ ਅਸੀਂ ਜੇਕਰ ਫੇਰ ਵੀ ਦੁਬਾਰਾ ਹੜ੍ਹ ਆਉਂਦੇ ਆ ਜਾਂ ਪਾਣੀ ਦਾ ਬਹਾਓ ਵੱਧਦਾ ਹੈ ਤੇ ਕਿਸ ਤਰ੍ਹਾਂ ਬੰਦੋਬਸਤ ਕੀਤੇ ਜਾ ਸਕਦੇ ਨੇ, ਕੀ ਤਿਆਰੀਆਂ ਆਪਣੇ ਕੋਲ? ਅਸੀਂ ਉੱਥੋਂ ਪਾਣੀ ਦੇ ਲਈ ਉਹਨਾਂ ਨੂੰ ਆਪਣਾ ਡਰੇਨੇਜ ਵਿਭਾਗ ਨੂੰ ਲਿਖਿਆ ਵੀ ਉਹਦੀ ਜਿਹੜੀ ਸਫਾਈ ਕਰਵਾਈ ਜਾਵੇ ਇੱਕ, ਅਤੇ ਉਹਦੇ ਲਈ ਅਸੀਂ ਜੋ ਨਗਰ ਕੌਂਸਲ ਵੱਲੋਂ ਜੋ ਵੀ ਹੈਲਪ ਹੋਊ ਡਰੇਨੇਜ ਵਿਭਾਗ ਦੀ, ਕਿਉਂਕਿ ਉਹ ਹੈਗੀ ਨਦੀ ਹੈਗੀ ਹੈ ਬਰਸਾਤੀ ਨਦੀ। ਇਹ ਜਿਹੜਾ ਇਹਦਾ ਬਰਸਾਤੀ ਨਦੀ ਦਾ ਹੈਗਾ ਅਧਿਕਾਰ ਖੇਤਰ ਇਹ ਡਰੇਨੇਜ ਡਿਪਾਰਟਮੈਂਟ ਦਾ ਹੈਗਾ, ਅਤੇ ਅਸੀਂ ਉਹਨਾਂ ਨੂੰ ਜੋ ਵੀ ਹੈਲਪ ਨਗਰ ਕੌਂਸਲ ਵੱਲੋਂ ਚਾਹੁਣਗੇ ਅਸੀਂ ਉਹ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਹੈਲਪ ਦਿਆਂਗੇ, ਅਤੇ ਅਸੀਂ ਉਹ ਡਰੇਨੇਜ ਵਿਭਾਗ ਨੂੰ ਉਹਦੇ ਲਈ ਲਿਖਿਆ ਹੈਗਾ। ਇਹ ਸਭ ਨਦੀ ਦੇ ਕਿਨਾਰੇ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਜਾਂ ਫਿਰ ਨਵੀਆਂ ਕੱਟਣੀਆਂ ਨੇ, ਕੱਟ ਹੋ ਰਹੀਆਂ ਨੇ। ਕੁਰਾਲੀ ਦੇ ਵਿੱਚ ਵੀ ਸੁਣਿਆ ਜਾ ਰਿਹਾ ਕਿ ਇੱਕ ਕਲੋਨੀ ਹੋਰ ਨਵੀਂ ਕੱਟਣ ਜਾ ਰਹੀ ਹੈ ਨਦੀ ਦੇ ਕਿਨਾਰੇ। ਇਸ ਤਰ੍ਹਾਂ ਦੀਆਂ ਕਲੋਨੀਆਂ ਬਾਰੇ ਆਪ ਦੇਖੋ, ਜੋ ਪਹਿਲਾਂ ਹੋਇਆ ਮੈਨੂੰ ਉਹਦੇ ਬਾਰੇ ਮੈਂ ਕੋਈ ਵੀ ਅਜੇ ਨਹੀਂ ਕੋਈ ਕਮੈਂਟ ਕਰ ਸਕਦਾ, ਪਰ ਨਵੀਂ ਕੋਈ ਵੀ ਕਲੋਨੀ ਪਾਣੀ ਦੇ ਵਹਾਅ ਦੇ ਵਿੱਚ ਕੋਈ ਵੀ ਨਵੀਂ ਕਲੋਨੀ ਨਹੀਂ ਬਣੂਗੀ। ਨਦੀ ਦਾ ਜਿਹੜਾ ਵੀ ਜਿੰਨਾ ਵੀ ਵਹਾਅ ਹੈਗਾ, ਚਾਹੇ ਉਹ ਸਿਰਫ ਪ੍ਰਾਈਵੇਟ ਲੈਂਡ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਕੋਈ ਵੀ ਕੰਸਟਰਕਸ਼ਨ ਕਿਸੇ ਤਰ੍ਹਾਂ ਦੀ ਵੀ ਕੰਸਟਰਕਸ਼ਨ ਕੋਈ ਕਲੋਨੀ ਨਹੀਂ ਬਣਦੀ। ਜਿਹੜਾ ਬੰਨ ਵਾਲੀ ਉਹ ਉਹਨਾਂ ਨੇ ਉਹ ਕਰਿਆ ਵਾ, ਕਟਿੰਗ ਕਰੀ ਗਈ, ਕਟਿੰਗ ਕੀਤੀ ਹੋਈ ਹੈ, ਬੰਨ ਕੱਟ ਹੋਇਆ ਉਹਦਾ ਫਿਲਹਾਲ ਮੈਂ ਉਹਦਾ ਮੌਕਾ ਦੇਖਿਆ ਹੈਗਾ, ਪਰ ਉੱਥੇ ਕੋਈ ਹੈ ਨਹੀਂ ਇੱਦਾਂ ਦਾ, ਕੱਚਾ ਜਿਹਾ ਰਸਤਾ ਬਣਿਆ ਸੀ ਉਹ ਵੀ ਵਹਾਅ 'ਚ ਰੁੜ ਗਿਆ, ਅਤੇ ਮੇਰੇ ਧਿਆਨ 'ਚ ਆਇਆ ਸੀਗਾ, ਅਤੇ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ ਹੋਣ ਦਿੱਤੀ ਜਾਊਗੀ। ਕੁਰਾਲੀ ਤੋਂ ਅਜੇ ਰਾਠੌਰ ਦੀ ਵਿਸ਼ੇਸ਼ ਰਿਪੋਰਟ।